सत श्री अकाल जी। पीवी बत्ती नवां शहर देख तमाम दर्शकों का मैं शिखा खेती स्वागत करती हाँ। तो इस नाल साडे नाल मौजूद ने पीवी बत्ती नवां शहर के संपादक दिनेश सूरी जी भी। जी शिखा, अज ਜਿਹੜੀਆਂ खास अपडेट्स आ रही ਆਪਾਂ ਜਿਹੜੇ ਸਾਂਝਾ ਕਰ ਦਿੰਦੇ ਆ ਜੀ। हाल की घड़ी ਜਿਹੜੀ ਸਭ ਤੋਂ ਵੱਡਾ ਝਟਕਾ ਲੱਗਣਾ ਹੈ ਜੀ ਉਹਨਾਂ ਨੂੰ ਲੱਗਣਾ ਜਿਨ੍ਹਾਂ ਨੇ ਵਿਆਹ ਸਮਾਗਮ ਜਿਨ੍ਹਾਂ ਦੇ ਸਮਾਗਮ ਜਿਹਨਾਂ ਧਰੇ ਹੋਏ ਸੀਗੇ। ਜਿਵੇਂ ਇਹ ਅਸੀਂ ਮਹਿਸੂਸ ਵੀ ਕਰ ਸਕਦੇ ਕਿਉਂਕਿ ਸਾਡੇ ਕੈਮਰਾਮੈਨ ਦੇ ਵੀ ਘਰ ਵਿਆਹ ਸਮਾਗਮ ਸੀ। ਤਾਂ ਹੁਣ ਜਿਹੜੀ ਆ ਇਹ ਪਹਿਲਾਂ 50 ਬੰਦਿਆਂ ਦੀ ਸੀ ਇਨਡੋਰ ਵਿੱਚ, ਆਊਟਡੋਰ ਵਿੱਚ 100 ਸੀ। ਹੁਣ ਇਹਨੂੰ ਪਹਿਲਾਂ ਇਹਨੂੰ ਘਟਾ ਕੇ 20 ਕਰ ਦਿੱਤਾ ਸੀ। ਲੇਕਿਨ ਜਿਹੜੀ ਵੱਡੀ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ 10 ਵਿਅਕਤੀ ਹੀ ਵਿਆਹ ਅਟੈਂਡ ਕਰ ਸਕਦੇ ਨੇ, ਬਟ ਉਹ ਵੀ ਵਿਦ ਪਰਮਿਸ਼ਨ। ਜ਼ਿਲ੍ਹਾ ਮੈਜਿਸਟ੍ਰੇਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਵੇਗੀ। ਉਸ ਤੋਂ ਬਾਅਦ ਹੀ 10 ਵਿਅਕਤੀ ਜਿਹੜੇ ਨੇ ਉਹ ਵਿਆਹ ਨੂੰ ਅਟੈਂਡ ਕਰ ਸਕਣਗੇ। 10 ਤੋਂ ਵਧੇਰੇ ਨਹੀਂ ਹੋ ਸਕਦੇ। ਇਹ ਜਿਹੜੀ ਹਾਲ ਦੀ ਘੜੀ ਅਪਡੇਟ ਆ ਰਹੀ ਹੈ, ਤੁਹਾਡੇ ਕੋਈ ਬੜੀ ਇਨਫੋਰਮੇਸ਼ਨ ਮੈਂ ਜ਼ਰੂਰ ਚਾਹੁੰਦਾ ਉਹ ਵੀ ਤੁਸੀਂ ਸ਼ੇਅਰ ਕਰੋ ਜੀ। ਬਿਲਕੁਲ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ। ਉਹਨਾਂ ਨੇ ਕਿਹਾ ਹੈ ਕਿ 20 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਦੇ ਦੌਰਾਨ ਜਿਮ ਜਿਹੜੇ ਨੇ ਸਪੋਰਟਸ ਜਿਹੜੇ ਸਪਾ ਨੇ ਉਹ ਜਿਹੜੇ ਸਿਨੇਮਾ ਜਿਹੜੇ ਨੇ ਜਿਹੜੇ ਹੋਰ ਜਿਹੜੇ ਬਾਰ ਵਗੈਰਾ ਸਾਡੇ ਕੋਚਿੰਗ ਸੈਂਟਰ ਜਿਹੜੇ ਨੇ ਉਹ ਵੀ ਬੰਦ ਕੀਤੇ ਜਾਣਗੇ। ਡਾਈਨਿੰਗ ਦੀ ਫੈਸਿਲਿਟੀ ਬੰਦ ਹੈ, ਡਿਲੀਵਰੀ ਹੋ ਸਕਦੀ ਹੈ। ਲੇਕਿਨ ਇੱਕ ਚੀਜ਼ ਹੋਰ ਦੱਸ ਦਵਾਂ ਕਿ ਇਜ਼ਾਫਾ ਹੋਇਆ ਕਰਫਿਊ ਵਿੱਚ। ਪਹਿਲਾਂ 9 ਵਜੇ ਤੋਂ 5 ਵਜੇ ਤੱਕ ਸੀ, ਹੁਣ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੈ। ਇੱਕ ਚੀਜ਼ ਕਲੀਅਰ ਕਰ ਦਈਏ, ਟਰਾਈ ਸਿਟੀ ਜਿਹੜਾ ਚੰਡੀਗੜ੍ਹ ਪੰਚਕੂਲਾ ਮੋਹਾਲੀ ਉੱਥੇ ਜਿਹੜਾ ਆ ਮੁਕੰਮਲ ਬੰਦ ਰਹਿਣਾ। ਬੁੱਧਵਾਰ ਨੂੰ ਰਾਮਨੌਮੀ ਹੈ ਪਰ ਫਿਰ ਵੀ ਉਸ ਦਿਨ ਨੂੰ ਜਿਹੜਾ ਮੁਕੰਮਲ ਲੋਕਡਾਊਨ ਰਹਿਣਾ। ਪੂਰੇ ਪੰਜਾਬ ਭਰ ਵਿੱਚ ਐਤਵਾਰ ਨੂੰ ਹੀ ਲੋਕਡਾਊਨ ਹੋਏਗਾ। ਇਸ ਤਰ੍ਹਾਂ ਨਹੀਂ ਹੈ ਕਿ ਪੰਜਾਬ ਵਿੱਚ ਹਰ ਰੋਜ਼ ਲੋਕਡਾਊਨ ਹੈ। ਹਾਂ, ਲੇਕਿਨ ਲੋਕਾਂ ਨੇ ਡਾਊਨ ਜ਼ਰੂਰ ਹੋ ਜਾਣਾ ਕਿਉਂਕਿ ਹਾਲ ਦੀ ਘੜੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਹੈ ਉਹ ਬਹੁਤ ਹੀ ਖਰਾਬ ਹੈ। ਬਹੁਤ ਹਾਲਤ ਪਤਲੀ ਹੋ ਚੁੱਕੀ ਹੈ। ਲੋਕਾਂ ਦੀ ਜੇਬ ਵਿੱਚ 1 ਰੁਪਿਆ ਨਹੀਂ ਹੈ। ਔਰ ਜਿਹੜੀ ਇਹ ਕਰੋਨਾ ਦੀ ਮਹਾਮਾਰੀ ਹੈ ਉੱਤੋਂ ਬੜਾ ਪਰੇਸ਼ਾਨ ਕਰ ਰਹੀ ਹੈ। ਕਹਿੰਦੇ ਬੜੀ ਕੀਤੀ ਸੀ ਫਰਿਆਦ ਪਰ ਫਿਰ ਵੀ ਕਰੋਨਾ ਦੇ ਦਿਨ ਆ ਗਏ ਨੇ ਯਾਦ। ਉਹ ਵੇਲਾ ਲੱਗਦਾ ਮੁੜ ਕੇ ਵਾਪਸ ਆ ਗਿਆ ਜੀ। ਸ਼ਿਖਾ, ਬਿਲਕੁਲ ਦਿੱਲੀ ਦੇ ਵਿੱਚ ਵੀ 7 ਦਿਨ ਲਈ ਲੋਕਡਾਊਨ ਲੱਗ ਚੁੱਕਾ ਹੈ ਔਰ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਉਹਨਾਂ ਦਾ ਦਿਲ ਨਹੀਂ ਕਰਦਾ ਕਰੋਨਾ ਜਿਹੜਾ ਲੋਕਡਾਊਨ ਲਗਾਉਣ ਦੇ ਲਈ, ਪਰ ਕਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਲੋਕਡਾਊਨ ਲਗਾਉਣਾ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੇਸਿਸ ਜਿਹੜੀ ਕਰੋਨਾ ਮਹਾਮਾਰੀ ਤੇ ਠੱਲ ਤਾਂ ਨਹੀਂ ਪਾ ਸਕਦੀ ਪਰ ਕੇਸਿਸ ਜ਼ਰੂਰ ਘਟਣਗੇ। ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ, ਮੋਹਾਲੀ ਵਿੱਚ ਜਿਹੜਾ ਸੂਬਾ ਸਰਕਾਰ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ 75% ਜਿਹੜੇ ਬੈੱਡ ਨੇ ਉਹ ਰਾਖਵੇਂ ਰੱਖੇ ਜਾਣ, ਉਹ ਰਿਜ਼ਰਵ ਰੱਖੇ ਜਾਣ ਕਿਉਂਕਿ ਕਰੋਨਾ ਦੇ ਕੇਸ ਬਹੁਤ ਵੱਧ ਰਹੇ ਨੇ। ਜਿਵੇਂ ਤੁਸੀਂ ਤਸਵੀਰਾਂ ਵੀ ਦੇਖੀਆਂ ਹੋਣੀਆਂ, ਦਿੱਲੀ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਇੱਕੋ ਬੈੱਡ ਤੇ 2-2 ਵਿਅਕਤੀਆਂ ਨੂੰ ਵਿਦ ਆਕਸੀਜਨ ਲਟਾਇਆ ਜਾ ਰਿਹਾ। ਆਕਸੀਜਨ ਦੀ ਵੀ ਕਮੀ ਆ ਰਹੀ ਹੈ। ਸੋ ਦੈਟ ਇਜ਼ ਵਾਈ ਹੁਣ ਜਿਹੜੀ ਇਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਔਰ ਇਹਦੇ ਉੱਤੇ ਇੱਕ ਮੈਂ ਫਿਰ ਤੋਂ ਚੀਜ਼ ਕਲੀਅਰ ਕਰ ਦਵਾਂ ਕਿਉਂਕਿ ਕੈਮਰਾਮੈਨ ਨੇ ਕਿਹਾ ਕਿ ਕਮੈਂਟ ਆ ਰਹੇ ਨੇ, ਦੱਸੋ ਵਿਆਹ ਸਮਾਗਮ ਜਿਹੜੇ ਨੇ ਉਹ ਬੰਦ ਨੇ 20 ਤੋਂ ਲੈ ਕੇ 30 ਤੱਕ। ਅਗਰ ਵਿਆਹ ਸਮਾਗਮ ਜਿਹੜੇ ਤੁਸੀਂ ਪਹਿਲਾਂ ਹੀ ਧਰੇ ਹੋਏ ਨੇ, ਵਿਆਹ ਰੱਖਿਆ ਹੋਇਆ ਤਾਂ ਪਰਮਿਸ਼ਨ ਲੈਣੀ ਪਏਗੀ। ਅਰਲੀਅਰ ਇਹ ਕਿਹਾ ਜਾਂਦਾ ਸੀ ਕਿ 50 ਵਿਅਕਤੀ ਇਨਡੋਰ ਹੋਣੇ ਚਾਹੀਦੇ ਨੇ, ਫਿਰ 20 ਤੇ ਆ ਗਿਆ ਸੀ। ਹੁਣ ਹਾਲ ਦੀ ਘੜੀ ਜਿਹੜੀ ਰੀਸੈਂਟਲੀ ਅਪਡੇਟ ਆਈ ਹੈ ਕਿ 10 ਵਿਅਕਤੀ ਹੋ ਸਕਦੇ ਨੇ, ਪਰ ਉਹਦੇ ਲਈ ਵੀ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਜਿਹਨਾਂ ਨੂੰ ਤੁਸੀਂ ਇਨਵੀਟੇਸ਼ਨ ਭੇਜ ਰਹੇ ਹੋ ਉਹ ਇਨਵੀਟੇਸ਼ਨ ਨਾ ਭੇਜੋ ਕਿਉਂਕਿ 20 ਤੋਂ 30 ਤੱਕ ਵਿਆਹ ਸਮਾਗਮਾਂ ਉੱਤੇ ਜਿਹੜੀ ਪਾਬੰਦੀ ਲੱਗੀ ਹੈ ਜੀ। ਸ਼ਿਖਾ, ਬਿਲਕੁਲ ਕਰੋਨਾ ਮਹਾਮਾਰੀ ਦਾ ਜਿਹੜਾ ਪ੍ਰਕੋਪ ਵੱਧ ਚੁੱਕਾ ਹੈ, ਇਸੇ ਕਰਕੇ ਹੀ ਪੰਜਾਬ ਸਰਕਾਰ ਨੂੰ ਇਹ ਹਦਾਇਤਾਂ ਜਿਹੜੀਆਂ ਜਾਰੀ ਕਰਨੀਆਂ ਪਈਆਂ ਕਿਉਂਕਿ ਜਿਹੜਾ ਕਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ, ਲੋਕ ਜਿਹੜੇ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ। ਸ਼ਿਖਾ, ਮੈਂ ਫਿਰ ਤੋਂ ਇੱਕ ਚੀਜ਼ ਕਲੀਅਰ ਕਰ ਦੇਣੀ ਚਾਹੁੰਦਾ ਜਿਹੜੀ ਆਡੀਅנס ਘਰ ਬੈਠੀ ਸੁਣ ਰਹੀ ਹੈ ਕਿ ਮੋਹਾਲੀ ਚੰਡੀਗੜ੍ਹ ਪੰਚਕੂਲਾ ਵਿੱਚ ਬੁੱਧਵਾਰ ਨੂੰ ਜਿਹੜਾ ਮੁਕੰਮਲ ਲੋਕਡਾਊਨ ਲੱਗੇਗਾ। ਰਾਮਨੌਮੀ ਹੈ, ਉਸ ਦਿਨ ਭੀੜ ਭੜੱਕਾ ਬਹੁਤ ਹੋ ਜਾਂਦਾ ਹੈ, ਚਹਿਲ ਪਹਿਲ ਜ਼ਿਆਦਾ ਹੋ ਜਾਂਦੀ ਹੈ। ਸ਼ਾਇਦ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਤਾਂ ਕਿ ਇਹ ਜਿਹੜੀ ਹੈ ਵੇਵ ਹੈ ਵੱਧ ਰਹੀ ਹੈ ਇਹਦੀ ਕੜੀ ਨੂੰ ਤੋੜਨਾ ਹੈ। ਇਸ ਕਰਕੇ ਸ਼ਾਇਦ ਉਹਨਾਂ ਨੇ ਜਿਹੜਾ ਬੁੱਧਵਾਰ ਨੂੰ ਮੁਕੰਮਲ ਲੋਕਡਾਊਨ ਲਾਇਆ। ਲੇਕਿਨ ਟਰਾਈ ਸਿਟੀ ਵਿੱਚ ਹੈ, ਇਹ ਨਵੇਂ ਸ਼ਹਿਰ ਵਿੱਚ ਨਹੀਂ ਹੈ। ਪੂਰੇ ਸੂਬੇ ਵਿੱਚ ਜਿਹੜਾ ਹੈ ਉਹ 8 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਜਿਹੜਾ 9 ਤੋਂ 5 ਸੀ ਪਰ 8 ਤੋਂ 5 ਕਰਕੇ ਜਿਹੜਾ ਇਜ਼ਾਫਾ ਕੀਤਾ ਇਹ ਪੂਰੇ ਸੂਬੇ ਵਿੱਚ ਹੈ। ਔਰ ਮੈਂ ਫਿਰ ਤੋਂ ਵਿਆਹ ਸਮਾਗਮਾਂ ਦੀ ਗੱਲ ਕਰ ਰਿਹਾ, ਉਹਦਾ ਕਾਰਨ ਇਹ ਹੈ ਕਿ ਲੋਕਾਂ ਨੇ ਵਿਆਹ ਧਰੇ ਹੋਏ ਨੇ 20 ਤੋਂ 30 ਦੇ ਵਿੱਚ। ਮੈਂ ਇਹ ਗੱਲ ਨੂੰ ਹੋਰ ਸਟ੍ਰੈਸ ਕਰਕੇ ਕਹਿ ਰਿਹਾ ਕਿਉਂਕਿ 6-7 ਡੱਬੇ ਤਾਂ ਮੇਰੇ ਘਰ ਹੀ ਆਏ ਨੇ, ਸਾਡੇ ਕੈਮਰਾਮੈਨ ਦੇ ਵੀ ਘਰ ਵਿਆਹ ਸੀ। ਸੋ ਇਸ ਕਰਕੇ ਖਰਚਾ ਹੁਣ ਜਿਹੜਾ ਉਹਨੂੰ ਕੰਟਰੋਲ ਕਰ ਲਓ, ਖਰਚਾ ਹੋਰ ਜ਼ਿਆਦਾ ਨਾ ਕਰੋ। ਅਗਰ ਚੀਜ਼ਾਂ ਘੱਟ ਪਰਚੇਜ਼ ਕੀਤੀਆਂ ਨੇ ਤਾਂ ਇਹ ਚੰਗੀ ਗੱਲ ਹੈ, ਹੋਰ ਜ਼ਿਆਦਾ ਖਰਚੇ ਨਾ ਕਰੋ ਕਿਉਂਕਿ ਬੇਸ਼ੱਕ ਤੁਸੀਂ ਵੱਡੇ ਜਿਹੜੇ ਪੈਲੇਸ ਬੁੱਕ ਕਰਾਏ ਹੋਏ ਨੇ, ਬੇਸ਼ੱਕ ਤੁਸੀਂ ਘਰ ਵਿੱਚ ਹੀ ਟੈਂਟ ਲਗਵਾਉਣਾ, ਬੇਸ਼ੱਕ ਡੀਜੇ ਵੀ ਲਗਵਾਉਣਾ, ਬਟ ਪਰਮਿਸ਼ਨ ਤੁਹਾਨੂੰ 10 ਬੰਦਿਆਂ ਦੀ ਵੀ ਲੈਣੀ ਪੈਣੀ ਹੈ। ਅਗਰ ਪਰਮਿਸ਼ਨ ਮਿਲੇਗੀ ਤਾਂ ਹੀ ਜਿਹੜਾ 10 ਬੰਦੇ ਵੀ ਆ ਸਕਣਗੇ। ਵਿਆਹ ਸਮਾਗਮਾਂ ਲਈ ਵੀ ਸੇਮ ਹੈ। ਔਰ ਅਗਰ ਕਿਸੇ ਦੀ ਡੈਥ ਹੋ ਜਾਂਦੀ ਹੈ ਉੱਥੇ ਸੰਸਕਾਰ ਤੇ ਵੀ ਜਾਣਾ ਤਾਂ ਉਹ ਵੀ ਵਿਦ ਪਰਮਿਸ਼ਨ ਹੀ 10 ਬੰਦੇ ਜਾ ਸਕਦੇ ਨੇ, 10 ਤੋਂ ਜ਼ਿਆਦਾ ਨਹੀਂ ਜੀ। ਸ਼ਿਖਾ, ਬਿਲਕੁਲ ਲੋਕਾਂ ਨੂੰ ਫਿਰ ਇੱਕ ਵਾਰੀ ਜਾਗਰੂਕ ਕਰ ਦਈਏ, ਇੱਕ ਵਾਰੀ ਹਦਾਇਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ 20 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਮੁਕੰਮਲ ਤੌਰ ਤੇ ਜਿਮ, ਕੋਚਿੰਗ ਸੈਂਟਰ, ਬਾਰ ਜਿਹੜੇ ਨੇ ਸਪੋਰਟਸ ਕੰਪਲੈਕਸ ਨੇ ਬੰਦ ਕੀਤੇ ਨੇ। ਚੀਜ਼ ਹੋਰ ਕਲੀਅਰ ਕਰ ਦਵਾਂ, ਟੈਕਸੀ ਹੈ, ਆਟੋ ਹੈ, ਬੱਸ ਆ 50% ਹੀ ਜਿਹੜੇ
ਪੈਸੇਂਜਰ ਨੇ ਟਰੈਵਲ ਕਰ ਸਕਦੇ। ਆਈ ਰਿਪੀਟ, ਬੱਸ, ਟੈਕਸੀ, ਆਟੋ, ਰੇਲਵੇ ਵਿੱਚ 50% ਹੀ ਜਿਹੜੇ ਆ ਸਵਾਰੀਆਂ ਪੈਸੇਂਜਰਸ ਨੇ ਉਹ ਟਰੈਵਲ ਕਰ ਸਕਦੇ ਨੇ। ਔਰ ਇਹਦੇ ਹੁਣ ਰਿਐਕਸ਼ਨ ਕਿਵੇਂ ਆਏਗਾ ਆਟੋ ਵਾਲਿਆਂ ਦੇ ਥਰੂ, ਕਿਉਂਕਿ ਅਸੀਂ ਪਹਿਲਾਂ ਆਟੋ ਵਾਲੇ ਨਾਲ ਕਈ ਵਾਰ ਗੱਲ ਕਰ ਚੁੱਕੇ ਹਾਂ। ਉਹ ਕਹਿੰਦੇ ਨੇ ਸਾਡੇ ਤੋਂ ਕਿਸ਼ਤਾਂ ਤਾਂ ਦਿੱਤੀਆਂ ਨਹੀਂ ਜਾ ਰਹੀਆਂ, ਸਾਡੇ ਤੋਂ ਘਰ ਦਾ ਖਰਚ ਤਾਂ ਚੱਲਦਾ ਨਹੀਂ, ਔਰ ਅਗਰ ਇੱਕ ਆਟੋ 'ਚ ਇੱਕ ਵਿਅਕਤੀ ਬਿਠਾਵਾਂਗੇ ਤਾਂ ਤੇਲ ਤਾਂ 90 ਰੁਪਏ ਦਾ ਹੋ ਗਿਆ ਹੈ, 92 ਦਾ, ਤਾਂ ਅਸੀਂ ਘਰ ਕਿਵੇਂ ਚਲਾਵਾਂਗੇ? ਨਾ ਕਿਸ਼ਤਾਂ ਦੇ ਹੋ ਪਾ ਰਹੀਆਂ, ਨਾ ਤੇਲ ਦਾ ਖਰਚਾ ਨਿਕਲ ਪਾ ਰਿਹਾ। ਤਾਂ ਆਟੋ ਵਾਲੇ ਇਸ 'ਤੇ ਕਿਵੇਂ ਰਿਐਕਟ ਕਰਨਗੇ? ਪ੍ਰਾਈਵੇਟ ਬੱਸਿਸ ਵਾਲੇ ਕਿਵੇਂ ਰਿਐਕਟ ਕਰਨਗੇ? ਹਾਲਾਂਕਿ ਪ੍ਰਾਈਵੇਟ ਬੱਸਿਸ ਵਾਲੇ ਨਾਲ ਆਪਾਂ ਮਿਲ ਚੁੱਕੇ ਹਾਂ, ਉਹ ਜਿਵੇਂ ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਸਰਕਾਰੀ ਬੱਸਾਂ ਤਾਂ ਤੂੜੀ ਦੇ ਟਰੈਕਟਰ ਅੰਗਰੋਂ ਭਰੀਆਂ ਜਾਂਦੀਆਂ, ਪਰ ਉਹਦੇ ਵਿੱਚ ਗਿਣ ਚੁਣ ਕੇ 2-4 ਵਿਅਕਤੀ ਆਉਂਦੇ ਨੇ। ਪਰ ਹਾਲ ਦੀ ਘੜੀ ਇਹ ਚੀਜ਼ ਬਹੁਤ ਖਾਸ ਹੈ, ਸੁਣਨ ਵਾਲੀ ਹੈ ਕਿ ਬੱਸਿਸ ਵਿੱਚ 50% ਲੋਕ ਹੀ ਟਰੈਵਲ ਕਰ ਪਾਣਗੇ। ਜੀ ਸ਼ਿਖਾ, ਹੁਣ ਪੰਜਾਬ ਸਰਕਾਰ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਸਖਤ ਹਦਾਇਤਾਂ ਦੇ ਦਿੱਤੀਆਂ ਨੇ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਖਤਾਈ ਕਰ ਦਿੱਤੀ ਜਾਵੇ, ਕਿਉਂਕਿ ਕਰੋਨਾ ਤੇ ਉਹਨਾਂ ਨੇ ਕਿਹਾ ਕਿ ਆਪਾਂ ਠੱਲ ਪਾਉਣੀ ਹੈ, ਕਿਉਂਕਿ ਕੇਸਿਸ ਬਹੁਤ ਵੱਧ ਰਹੇ ਨੇ। ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਿੰਦਾ, ਮੈਨੂੰ 1 ਬਾਏ 1 ਯਾਦ ਆ ਰਹੀਆਂ ਨੇ। ਅਸੀਂ ਇੱਕ ਸੰਡੇ ਦਿਖਾਇਆ ਸੀ ਕਿ ਨਵੇਂ ਸ਼ਹਿਰ ਵਿੱਚ ਗਰੀਬਾਂ ਦੇ ਸ਼ੋਰੂਮ ਦਿਖਾਏ ਸੀਗੇ, ਥਾਣੇ ਦੇ ਬਿਲਕੁਲ ਸਾਹਮਣੇ ਜਿਹੜੀਆਂ ਫੜੀਆਂ ਸੰਡੇ ਮਾਰਕੀਟ ਲੱਗਦੀ ਹੈ, ਹੁਣ ਉੱਤੇ ਵੀ ਪਾਬੰਦੀ ਹੈ। ਸੰਡੇ ਜਿਹੜੀ ਮਾਰਕੀਟ ਨਹੀਂ ਲੱਗਿਆ ਕਰੇਗੀ, ਸੰਡੇ ਮਾਰਕੀਟ ਓਪਨ ਨਹੀਂ ਹੋਇਆ ਕਰੇਗੀ, ਸੰਡੇ ਲੋਕਡਾਊਨ ਹੋਇਆ ਕਰੂਗਾ। ਜਿਵੇਂ ਪਹਿਲਾਂ ਹੀ ਕਹਿ ਦਿੱਤਾ ਕਿ ਲੋਕਡਾਊਨ ਹੈ ਕਿ ਲੋਕਾਂ ਨੂੰ ਡਾਊਨ ਕਰ ਦੇਣਾ, ਕਿਉਂਕਿ ਇਕਨੋਮੀ ਪਹਿਲਾਂ ਹੀ ਡਾਊਨ ਹੈ। ਤਾਂ ਸੰਡੇ ਜਿਹੜੀਆਂ ਫੜੀਆਂ ਲੱਗਦੀਆਂ ਸੀ, ਜਿਹੜੇ ਬਾਜ਼ਾਰ ਲੱਗਦੇ ਸੀ, ਉਹਦੇ ਤੇ ਪੰਜਾਬ ਵਿੱਚ ਪਾਬੰਦੀ ਹੈ। ਜੀ ਸ਼ਿਖਾ, ਬਿਲਕੁਲ ਜਿੱਦਾਂ ਸੂਰੀ ਸਾਹਿਬ ਨੇ ਕਿਹਾ ਕਿ ਐਤਵਾਰ ਨੂੰ ਪੂਰਨ ਤੌਰ ਤੇ ਲੋਕਡਾਊਨ ਲੱਗੇਗਾ, ਡਾਈਨਿੰਗ ਸੇਵਾਵਾਂ ਹੋਣਗੀਆਂ, ਪਰ ਡਾਈਨਿੰਗ ਸੇਵਾਵਾਂ ਨਹੀਂ ਹੋਣਗੀਆਂ, ਪਰ ਜਿਹੜੀ ਡਿਲੀਵਰੀ ਹੈ ਉਹ ਜ਼ਰੂਰ ਹੋਵੇਗੀ। ਐਤਵਾਰ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਰਹੇਗਾ, ਲੋਕਡਾਊਨ ਲੱਗੇਗਾ। ਨਾਲ ਦੀ ਨਾਲ ਅਸੀਂ ਕੋਠੀ ਰੋਡ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ। ਆਓ ਸ਼ਿਖਾ, ਕੋਠੀ ਰੋਡ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ। ਬਾਈ ਜੀ ਸਾਡੇ ਨਾਲ ਨੇ, ਆਓ ਬਾਈ ਜੀ ਇੱਕ ਮਿੰਟ। ਬਾਈ ਜੀ ਇੱਕ ਮਿੰਟ ਆਓ। ਸਰਕਾਰ ਨੇ ਜਿਹੜਾ ਹੁਣ ਹਦਾਇਤਾਂ ਲਗਾ ਦਿੱਤੀਆਂ ਨੇ, ਮੈਂ ਜਾਣਦਾ ਤੁਸੀਂ ਫੜੀ ਵੀ ਹੁੰਦੇ ਹੋ, ਕਿ ਵੇਲੇ ਸੰਡੇ ਬਾਜ਼ਾਰ ਵੀ ਲੱਗਦਾ ਹੈ, ਕਿੰਨੀਆਂ ਦਿੱਕਤਾਂ ਆ ਜਾਣਗੀਆਂ ਹੁਣ, ਕਿਉਂਕਿ ਅਗਰ ਸੰਡੇ ਜਿਹੜਾ ਮੁਕੰਮਲ ਬੰਦ ਹੋ ਜਾਂਦਾ। ਜੀ ਸ਼ਿਖਾ ਇੱਧਰ ਕਰੋ ਮਾਈ, ਮੁਸ਼ਕਿਲਾਂ ਬਦਲਣਗੀਆਂ। ਮੁਸ਼ਕਿਲਾਂ ਤਾਂ ਬਦਲਣਗੀਆਂ ਜੀ, ਖਾਣ ਪੀਣ ਨੂੰ ਪੈਸੇ ਪਹਿਲਾਂ ਹੀ ਨਹੀਂ ਹੈ, ਜਿਵੇਂ ਤੁਹਾਨੂੰ ਜਾਣਦੇ ਹੀ, ਇਸ ਕਰਕੇ ਕਹਿ ਰਹੇ ਹਾਂ। ਹਾਂਜੀ ਹਾਂਜੀ ਹਾਂਜੀ, ਮੁਸ਼ਕਿਲਾਂ ਬਦਲਣਗੀਆਂ ਜੀ। ਫਿਰ ਰੁਜ਼ਗਾਰ ਬੰਦ ਹੋ ਰਹੇ ਹਨ ਜੀ, ਸਾਰੇ ਰੁਜ਼ਗਾਰ ਬੰਦ ਹੋ ਰਹੇ ਨੇ, ਕਿਸ਼ਤਾਂ ਵੀ ਦੇਣੀਆਂ ਪਈਆਂ, ਪੈਂਡਿੰਗ ਕਿਸ਼ਤਾਂ ਵੀ ਦੇਣ। ਹਾਂਜੀ, ਬੱਚੇ ਵੀ ਪੜਾਉਣੇ ਨੇ, ਬੱਚੇ ਵੀ ਪੜਾਉਣੇ। ਮੈਂ ਇਹਨਾਂ ਦਾ ਤਾਂ ਦੁੱਖ ਜ਼ਾਹਰ ਕੀਤਾ, ਸ਼ਾਇਦ ਕਿ ਵੇਲੇ ਰੋਜ਼ ਦਿਹਾੜੀ ਲੈ ਕੇ ਜਾਣਾ ਜੀ, ਰੋਜ਼ ਦੀ ਰੋਜ਼ ਖਾਣਾ, ਠੀਕ ਹੈ ਨਾ। ਹੈਂਡ ਟੂ ਮਾਊਥ ਹੀ ਨੇ, ਦਿਹਾੜੀ ਲੈ ਕੇ ਜਾਂਦੇ ਨੇ, ਦਿਹਾੜੀ ਉਹੀ ਜਿਵੇਂ ਦੱਸ ਰਹੇ ਨੇ ਸ਼ਿਖਾ, ਇਹ ਜੋ ਕਮਾਣਾ ਉਹੀ ਲੱਗ ਜਾਣਾ। ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਰਹੀ ਹੈ। ਉਸ ਤੋਂ ਬਾਅਦ ਸੰਡੇ ਇਹਨਾਂ ਲੋਕਾਂ ਕੋਲ ਇੱਕ ਸਪੈਸ਼ਲ ਹੁੰਦਾ ਸੀ ਕਿ ਇਹਨਾਂ ਵਰਗੇ ਹੋਰ ਜਿਹੜੇ ਵਪਾਰੀ ਨੇ, ਛੋਟੇ ਵਪਾਰੀ ਨੇ, ਉਹਨਾਂ ਲਈ ਇੱਕ ਸੰਡੇ ਵਾਲਾ ਦਿਨ ਹੁੰਦਾ ਸੀਗਾ ਜਿਹਦੇ ਵਿੱਚ ਥੋੜੀ ਐਕਸਟਰਾ ਅਰਨਿੰਗ ਕਰਦੇ ਸੀਗੇ। ਪਰ ਹੁਣ ਸੰਡੇ ਵੀ ਜਿਹੜਾ ਮੁਕੰਮਲ ਬੰਦ ਹੋ ਜਾਣਾ, ਮੁਕੰਮਲ ਲਾਕਡਾਊਨ ਹੋਣਾ, ਜਿਹੜੇ ਬਾਜ਼ਾਰ ਤੁਸੀਂ ਨਹੀਂ ਲਗਾ ਪਾਓਗੇ। ਆਓ ਚਲਦੇ ਸ਼ਿਖਾ ਗੱਲ ਕਰ ਲੈਂਦੇ, ਅਗਰ ਮੈਂ ਮਾਈਕ ਫੜ ਲੈਣਾ। ਰੀਜ਼ਨ ਇੱਕ ਹੋਰ ਵੀ ਹੈ ਕਿ ਜਿਹੜੇ ਇਹ ਛੋਟੇ ਵਪਾਰੀ ਨੇ, ਇਹ ਵੀ ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ। ਹੁਣ ਕਿਵੇਂ ਦਿੰਦੇ ਨੇ, ਸੋਚਣ ਵਾਲੀ ਗੱਲ ਹੈ ਸ਼ਿਖਾ। ਇਹਨਾਂ ਨੇ ਆਰਡਰ ਕਰਨਾ, ਲੁਧਿਆਣੇ ਤੋਂ ਮਾਲ ਆਉਣਾ, ਲੁਧਿਆਣੇ ਵਾਲੇ ਨੇ ਅੱਗੇ ਆਰਡਰ ਕਰਨਾ, ਮੁੰਬਈ ਤੋਂ ਆਉਣਾ। ਫਿਰ ਇਹ ਜਿਹੜੇ ਛੋਟੇ ਵਪਾਰੀ ਆ, ਦੇਖਣ ਨੂੰ ਲੱਗਦਾ ਕਿ ਰੇਹੜੀਆਂ ਵਾਲੇ ਨੇ ਜਾਂ ਸਟਾਲ ਲਗਾਉਂਦੇ ਨੇ, ਬਟ ਇਹ ਰੋਜ਼ਗਾਰ ਬਹੁਤ ਦਿੰਦੇ ਨੇ। ਹੁਣ ਕਿਉਂਕਿ ਕਿਸੇ ਨੇ ਟਰਾਂਸਪੋਰਟ ਵੀ ਕਰਨਾ ਹੈ, ਇਹਨਾਂ ਨੇ ਜਿੱਥੇ ਉੱਥੇ ਰੈਂਟ ਵੀ ਦੇ ਕੇ ਜਿੱਥੇ ਸਟਾਲ ਲਗਵਾਉਣਾ ਹੈ, ਤਾਂ ਅਲੱਗ-ਅਲੱਗ ਜਗ੍ਹਾ ਤੇ ਇਹਨਾਂ ਦੇ ਪੈਸੇ ਜਾਂਦੇ ਨੇ। ਉਹ ਇਨਡਾਇਰੈਕਟਲੀ ਉਹ ਨਿਕਲ ਤਾਂ ਕਸਟਮਰ ਦੇ ਥਰੂ ਹੀ ਰਿਹਾ, ਬਟ ਫਿਰ ਵੀ ਇਹ ਰੋਜ਼ਗਾਰ ਤਾਂ ਪੈਦਾ ਕਰਦੇ ਨੇ। ਸਰਕਾਰ ਰੋਜ਼ਗਾਰ ਪੈਦਾ ਕਰਨ 'ਚ ਫੇਲ ਹੋ ਗਈ ਹੈ, ਲੇਕਿਨ ਇਹ ਲੋਕ ਕਰਦੇ ਨੇ, ਔਰ ਇਹਨਾਂ ਦੇ ਖਰਚੇ ਜ਼ਾਹਰ ਕਰਨੇ ਬਹੁਤ ਜ਼ਰੂਰੀ ਸੀ। ਜੀ ਸ਼ਿਖਾ, ਬਿਲਕੁਲ ਲੋਕ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਅਸੀਂ ਪਹਿਲਾਂ ਹੀ ਮਸਾ ਹੀ ਉੱਠੇ ਆ, ਕਿਉਂਕਿ ਜਿਹੜਾ ਪਹਿਲਾਂ ਵੀ ਜਿਹੜਾ ਸਾਡੇ ਨੇ ਬਿਜ਼ਨਸ ਠੱਪ ਸੀ, ਬਿਲਕੁਲ ਠੱਪ ਸੀ। ਅਸੀਂ ਕੋਸ਼ਿਸ਼ ਕੀਤੀ ਸੀ, ਉਹ ਦੁਬਾਰਾ ਫਿਰ ਜਦੋਂ ਜਿਹੜੀਆਂ ਹਦਾਇਤਾਂ ਹੁਣ ਜਾਰੀ ਕਰ ਦਿੱਤੀਆਂ ਗਈਆਂ ਨੇ, ਲੋਕ ਬਹੁਤ ਪਰੇਸ਼ਾਨ ਹੋਣਗੇ, ਕਿਉਂਕਿ ਜਿਹੜੇ ਸਕੂਲ ਬੱਚੇ ਜਾਂਦੇ ਸੀ ਉਹ ਵੀ ਬਹੁਤ ਪਰੇਸ਼ਾਨ ਨੇ। ਉਹ ਤਾਂ ਪਹਿਲੇ ਹੀ ਧਰਨੇ ਲਾ ਕੇ ਸਰਕਾਰ ਤੋਂ ਮੰਗ ਕਰ ਰਹੇ ਨੇ। ਹੋਰ ਕਲੀਅਰ ਕਰ ਦੇਣਾ, ਤੁਸੀਂ ਸਕੂਲਾਂ ਦੀ ਗੱਲ ਕਰ ਲਈ ਸ਼ਿਖਾ, ਚਲਦੇ ਗੱਲ ਕਰ ਲੈਂ, ਕਿਉਂਕਿ ਥੋੜਾ ਜਿਹਾ ਵਿਊ ਵੀ ਦਿਖਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਵਿਊ ਵੀ ਦੇਖ ਕੇ ਖੁਸ਼ ਹੋ ਜਾਂਦੇ ਨੇ। ਔਰ ਕਿਤੇ ਨਾ ਕਿਤੇ ਇਹ ਵੀ ਕਹਿ ਲੈਂਦੇ ਕਿ ਇੰਡੀਆ ਹੁੰਦੇ ਤਾਂ ਅਸੀਂ ਵੀ ਬਿਨਾਂ ਮਾਸਕ ਤੋਂ ਘੁੰਮਣਾ ਸੀਗਾ। ਬਾਹਰ ਤਾਂ ਕਰੋਨਾ ਦੇ ਜਿਹੜੇ ਪ੍ਰੋਟੋਕੋਲਸ ਨੇ ਫੋਲੋ ਕਰਨੇ ਪੈਂਦੇ ਨੇ। 83 ਕਰੋੜ ਦੇ ਸਮਥਿੰਗ ਜਿਹੜਾ ਨੇੜੇ ਤੇੜੇ, ਮੈਂ ਉਹ ਕਲੀਅਰ ਕਰ ਦੇਣਾ ਜੀ ਥੋੜੀ ਦੇਰ ਬਾਅਦ। ਉਹ ਮੈਂ ਇੱਕ ਵੀਡੀਓ ਬਣਾ ਦੇਣੀ, ਹਾਲਾਂਕਿ ਉਸ ਤੋਂ ਪਹਿਲਾਂ ਅਗਰ ਕੋਈ ਆ ਗਈ ਤਾਂ ਉਹ ਵੀ ਦੇਖ ਲੈਣੀ ਹੈ, ਲੇਕਿਨ ਅਸੀਂ ਕਲੀਅਰ ਕਰ ਦਾਂਗੇ ਥੋੜੀ ਦੇਰ ਤੇ ਹੀ। 83 ਕਰੋੜ ਦੇ ਲਗਭਗ 10ਵੀਂ ਔਰ 12ਵੀਂ ਕਲਾਸ ਦੇ ਬੱਚਿਆਂ ਨੇ ਜਿਹੜੀ ਫੀਸ ਪੇ ਕੀਤੀ ਸੀਗੀ, ਮੇਰਾ ਖਿਆਲ +2 ਵਾਲੇ ਨੇ 1500 ਦਿੱਤੀ ਸੀ ਤੇ 10ਵੀਂ ਵਾਲੇ ਨੇ 1100 ਦਿੱਤੀ ਸੀਗੀ। ਹੁਣ ਐਗਜ਼ਾਮ ਤਾਂ ਨਹੀਂ ਹੋਣੇ, ਬੱਚੇ ਨੂੰ ਸਿੱਧਾ ਪ੍ਰਮੋਟ ਕਰ ਦਿੱਤਾ ਗਿਆ, ਲੇਕਿਨ ਜਿਹੜਾ ਸਿੱਖਿਆ ਪ੍ਰਸ਼ਾਸਨ ਹੈ ਉਹ ਇਹ ਕਹਿ ਰਿਹਾ ਕਿ ਅਸੀਂ ਪੈਸੇ ਵਾਪਸ ਨਹੀਂ ਕਰਨੇ, ਸਾਡੇ ਖਰਚੇ ਬਹੁਤ ਹੋ ਗਏ ਨੇ।
ਉਹ ਖਰਚੇ ਕਿਸ ਚੀਜ਼ ਤੇ ਹੋ ਗਏ ਆਪਾਂ ਅਗਲੀ ਵੀਡੀਓ 'ਚ ਕਲੀਅਰ ਕਰ ਦੇਣਾ। ਤੁਸੀਂ ਆਪਣਾ ਜਿਹੜਾ ਕੁਐਸਚਨ ਉਹ ਲੈ ਲਓ ਜੀ ਸ਼ਿਖਾ। ਬਿਲਕੁਲ, ਲੋਕ ਤਾਂ ਪਹਿਲੇ ਹੀ ਪਰੇਸ਼ਾਨ ਨੇ, ਮਾਪੇ ਪਹਿਲੇ ਪਰੇਸ਼ਾਨ ਨੇ ਕਿ ਅਸੀਂ ਕਿਵੇਂ ਫੀਸਾਂ ਭਰੀਏ, ਕਿਉਂਕਿ ਘਰ ਬੈਠੇ ਨੇ ਬੱਚੇ, ਕੋਈ ਪੜ੍ਹਾਈ ਹੋਈ ਨਹੀਂ ਹੈ। ਸਰਕਾਰਾਂ ਜਿਹੜੀਆਂ ਨੇ ਉਹ ਨਵੇਂ ਤੋਂ ਨਵਾਂ ਰੂਲ ਪਾਸ ਕਰ ਰਹੀਆਂ ਨੇ। ਕਰੋਨਾ ਨੇ ਬਹੁਤ ਕਹਿਰ ਕਰ ਦਿੱਤਾ ਹੈ, ਲੋਕ ਬਹੁਤ ਪਰੇਸ਼ਾਨ ਨੇ ਕਿਉਂਕਿ ਜਿਨ੍ਹਾਂ ਦਾ ਹੈਂਡ ਟੂ ਮਾਊਥ ਹੀ ਜਿਹੜਾ ਬਿਜ਼ਨਸ ਚੱਲਦਾ। ਪ੍ਰੋਬਲਮ ਪਤਾ ਕੀ ਹੈ, ਮੈਂ ਤੁਹਾਨੂੰ ਕਲੀਅਰ ਕਰਦਾ। ਆਓ ਆਪਾਂ ਚੱਲਦੇ ਗੱਲ ਕਰਦੇ ਹਾਂ। ਸ਼ਿਖਾ ਜੀ ਫਗਵਾੜੇ ਤੋਂ ਆਏ ਨੇ ਤਾਂ ਇਹਨਾਂ ਨੂੰ ਸ਼ਾਇਦ ਬਾਜ਼ਾਰ ਦਾ ਵੀ ਨਹੀਂ ਬਹੁਤਾ ਪਤਾ। ਇਹ ਹਾਰਟ ਆਫ ਦਾ ਸਿਟੀ ਹੈ ਸਾਡੇ ਨਵਾਂ ਸ਼ਹਿਰ ਦਾ, ਇਹਨੂੰ ਦਿਲ ਕਿਹਾ ਜਾਂਦਾ ਹੈ, ਬਿਲਕੁਲ ਸੈਂਟਰ ਵਿੱਚ ਹੈ ਸ਼ਿਖਾ। ਔਰ ਇੱਕ ਚੀਜ਼ ਮੈਂ ਦੱਸ ਦਿੰਦਾ ਸ਼ਿਖਾ, ਲੋਕਾਂ ਨੂੰ ਟਰਬਲ ਕਿਉਂ ਹੈ, ਕਿਉਂਕਿ ਸਾਨੂੰ ਕਾਲਸ ਆਉਂਦੀਆਂ ਰਹਿੰਦੀਆਂ, ਤੁਸੀਂ ਵੀ ਦੇਖਦੇ ਹੋ। ਲੋਕੀ ਆਪਣੇ ਜਿਹੜੇ ਪਰਸਨਲ ਇਸ਼ੂਜ਼ ਨੇ ਕਈ ਵੇਲੇ ਉਹ ਵੀ ਪੁੱਟ ਅਪ ਕਰਦੇ ਨੇ, ਚਾਹੁੰਦੇ ਨੇ ਕਿ ਪੀਵੀ ਬੱਤੀ ਥਰੂ ਅਸੀਂ ਜਿਹੜੀ ਆਮ ਜਨਤਾ ਦੇ ਸਨਮੁਖ ਰੱਖੀਏ, ਕਚਹਿਰੀਆਂ 'ਚ ਰੱਖੀਏ। ਪਰ ਇੱਕ ਚੀਜ਼ ਮੈਂ ਕਲੀਅਰ ਇਹ ਕਰ ਦੇਣਾ ਚਾਹੁੰਦਾ, ਆਮ ਮਾਤਾ ਪਿਤਾ ਦੁਖੀ ਕਿਉਂ ਨੇ? ਉਹ ਕਹਿੰਦੇ ਨੇ ਠੇਕੇ ਖੁੱਲੇ ਨੇ, ਫੀਸਾਂ ਅਸੀਂ ਦੇ ਦਿੱਤੀਆਂ ਨੇ, ਐਕਸਟਰਾ ਫੀਸਾਂ ਦੇ ਦਿੱਤੀਆਂ ਨੇ, ਬਿਲਡਿੰਗ ਦੇ ਲਈ ਫੀਸਾਂ ਵੀ ਦੇ ਦਿੱਤੀਆਂ ਨੇ, ਸਾਡੇ ਤੋਂ ਇੰਟਰੈਕਟਿਵ ਲੈ ਲਈਆਂ ਗਈਆਂ ਨੇ। ਲੇਕਿਨ ਅਗਰ ਐਗਜ਼ਾਮ ਨਹੀਂ ਹੋਣਾ, ਕਈਆਂ ਨੂੰ ਦਿੱਕਤ ਇਹ ਵੀ ਹੈ ਵੀ ਜੇ ਥੋੜਾ ਇਸ ਪਾਸੇ ਆਪਾਂ ਉਹ ਵਿਊ ਦਿਖਾ ਦਈਏ, ਕਈਆਂ ਨੂੰ ਸ਼ਿਖਾ ਦਿੱਕਤ ਇਹ ਵੀ ਹੈ ਕਿ ਜਿਵੇਂ ਹੁਣ ਬੱਚਿਆਂ ਨੂੰ ਪ੍ਰਮੋਟ ਕਰ ਦਿੱਤਾ ਗਿਆ, ਜਿਹੜੇ ਬ੍ਰਿਲੀਅੰਟ ਮਾਈਂਡਸ ਨੇ ਉਹਨਾਂ ਨੇ, ਜਿਨ੍ਹਾਂ ਨੂੰ ਕਈ ਵੇਲੇ ਡਿਜ਼ਰਵਿੰਗ ਕਰਦੇ ਹੁੰਦੇ ਨੇ, ਡਿਜ਼ਰਵ ਕਰਦੇ ਨੇ ਕਿ ਅਸੀਂ ਫਸਟ ਪੋਜੀਸ਼ਨ ਲੈਣੀ ਹੈ, ਸੈਕਿੰਡ ਲੈਣੀ ਹੈ, ਹੁਣ ਉਹ ਵੀ ਉਸੇ ਕੈਟਾਗਰੀ 'ਚ ਨੇ। ਜਿਹੜੇ ਪਿੱਛੇ ਆਉਂਦੇ ਸੀਗੇ ਉਹ ਵੀ ਬੈਕ ਬੈਂਚਰਸ ਜਿਹੜੇ ਕਹਿ ਦਿੰਦੇ ਆ, ਮੇਰੇ ਵਰਗੇ ਜਿਹਨਾਂ ਕੋਲ ਯਾਦ ਨਹੀਂ ਰਹਿੰਦਾ, ਜਿਹੜੇ ਭੁੱਲ ਜਾਂਦੇ ਨੇ, ਉਹ ਵੀ ਹੁਣ ਉਸੇ ਕੈਟਾਗਰੀ 'ਚ ਆ ਗਏ ਨੇ। ਤਾਂ ਉਹ ਬੱਚੇ ਕਿਤੇ ਨਿਰਾਸ਼ ਨੇ ਕਿ ਕੋਵਿਡ ਜ਼ਰੂਰ ਹੈ, ਬੇਸ਼ੱਕ ਆਨਲਾਈਨ ਐਗਜ਼ਾਮ ਲੈਂਦੇ, ਆਫਲਾਈਨ ਲੈਂਦੇ, ਬਟ ਸਾਨੂੰ ਤੇ ਬਾਕੀਆਂ ਨੂੰ ਸੇਮ ਕੈਟਾਗਰੀ 'ਚ ਰੱਖ ਲੈ। ਜਿਹੜੀ ਅਸੀਂ ਪੜ੍ਹਾਈ ਕਰਦੇ ਸੀ, ਜਿਹੜੀ ਪੜ੍ਹਾਈ ਕੀਤੀ ਹੈ, ਉਹਦਾ ਸਾਨੂੰ ਲਾਭ ਨਹੀਂ ਕੋਈ ਮਿਲਿਆ ਜੀ ਸ਼ਿਖਾ। ਸੂਰੀ ਸਾਹਿਬ, ਲੋਕਾਂ ਦਾ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਸਰਕਾਰ ਰੈਲੀਆਂ ਕਰਦੀ ਹੈ ਉਸ ਵਕਤ ਕੋਵਿਡ ਕਿੱਥੇ ਚੱਲ ਜਾਂਦਾ ਹੈ? ਹੁਣ ਦੇਖੋ ਸ਼ਿਖਾ, ਸਭ ਤੋਂ ਬੜੀ ਚੀਜ਼, ਕਰੂਸ਼ਲ ਮਹੱਤਵਪੂਰਨ ਚੀਜ਼ ਹੁਣ ਆ, ਹੁਣ ਇਹ ਨਿਯਮ ਲਾਗੂ ਹੋਏ ਨੇ, ਇਹ ਹੁਣ ਵੀ ਕੀ ਸਾਡੇ ਤੇ ਹੀ ਹੁੰਦੇ ਨੇ ਲਾਗੂ, ਆਮ ਵਿਅਕਤੀ ਤੇ ਹੁੰਦੇ ਨੇ, ਗਰੀਬ ਗੁਰਬਿਆਂ ਤੇ ਹੁੰਦੇ ਨੇ, ਲਾਚਾਰ ਕਮਜ਼ੋਰ ਲੋਕਾਂ ਤੇ ਹੁੰਦੇ ਨੇ, ਕਿ ਵੱਡਿਆਂ ਤੇ ਵੀ ਹੁੰਦੇ, ਜਿਹਨਾਂ ਨੂੰ ਅਸੀਂ ਕਹਿੰਦੇ ਸਤਿਕਾਰਯੋਗ ਫਲਾਨਾ ਸਿੰਘ ਆ ਗਿਆ, ਸਤਿਕਾਰਯੋਗ ਫਲਾਨੇ ਸ਼ਾਹ ਆ ਗਏ। ਇਹ ਹੁਣ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਕਿ ਫਿਰ ਸਾਡੇ ਤੇ ਹੀ, ਸਾਡੇ ਗਲ 'ਚ ਅੰਗੂਠਾ ਦੇ ਕੇ ਰੂਲ ਲਾਗੂ ਕਰਾਏ ਜਾਣਗੇ। ਸਾਨੂੰ ਹੀ ਕਿਹਾ ਜਾਵੇਗਾ ਕਿ ਲਿਓ 500 ਰੁਪਏ ਦਾ ਚਲਾਨ ਭਰੋ, ਤੁਸੀਂ ਮਾਸਕ ਨਹੀਂ ਲਾਇਆ। ਇੱਕ ਮੈਂ ਅੱਜ ਅਖਬਾਰ ਪੜ੍ਹ ਰਿਹਾ ਸੀਗਾ, ਇੱਕ ਵਿਧਾਇਕ ਨੇ, ਔਰ ਉਹ ਮੰਡੀ ਵਿੱਚ ਗਏ ਹੋਏ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹ ਮੰਡੀ ਵਿੱਚ ਗਏ ਹੋਏ ਨੇ, ਬਿਨਾਂ ਮਾਸਕ ਤੋਂ ਸਾਰਿਆਂ ਨਾਲ ਗੱਲ ਕਰ ਰਹੇ ਨੇ। ਤਾਂ ਉੱਥੇ ਸਵਾਲ ਪੁੱਛੇ ਜਾ ਰਹੇ ਕਿ ਇਹ ਪ੍ਰਭਾਵਿਤ ਨਹੀਂ ਕਰ ਰਹੇ? ਹੁਣ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਦਿੱਲੀ 'ਚ ਕਹਿ ਰਹੇ ਨੇ ਕਰੋਨਾ ਦਾ ਕਹਿਰ ਹੋ ਗਿਆ, ਮੁਕੰਮਲ ਲਾਕਡਾਊਨ ਲਾ ਦੇਣਾ, ਇੱਕ ਪਾਸੇ ਉਹਨਾਂ ਦੀ ਪਾਰਟੀ ਦਾ ਹੀ ਵਿਧਾਇਕ ਬਿਨਾਂ ਮਾਸਕ ਤੋਂ ਦਾਣਾ ਮੰਡੀ ਵਿੱਚ ਜਾ ਰਿਹਾ। ਤਾਂ ਇਹ ਚੀਜ਼ਾਂ ਡਿਫਰੈਂਸੀਏਸ਼ਨ ਆ ਜਾਂਦੀ ਨਾ, ਇੱਕ ਦੇ ਉਲਟ ਦੂਜਾ, ਭਿੰਨਤਾ, ਕੰਟਰਾਸਟ, ਜਦੋਂ ਇਹ ਆ ਜਾਂਦਾ ਫਿਰ ਲੋਕੀ ਤਾਂ ਗੁੰਮਰਾਹ ਹੋਣਗੇ, ਭਟਕਣਗੇ। ਹੁਣ ਜੇ ਮੇਰੇ ਤੁਹਾਡੇ ਨਾਲ ਨੇੜਤਾ ਹੈ, ਤੁਸੀਂ ਮਾਸਕ ਨਹੀਂ ਪਾਉਂਦੇ ਤਾਂ ਡੈਫੀਨੇਟਲੀ ਮੇਰੇ ਮਨ ਤੇ ਪ੍ਰਭਾਵ ਆਏਗਾ। ਸ਼ਿਖਾ ਤਾਂ ਮਾਸਕ ਲਾਉਂਦੀ ਨਹੀਂ, ਵਧੀਆ ਤੁਰੀ ਫਿਰਦੀ ਹੈ, ਤੇ ਇਹਨੂੰ ਤਾਂ ਕੁਛ ਨਹੀਂ ਹੋਇਆ, ਮੈਨੂੰ ਵੀ ਕੁਛ ਨਹੀਂ ਹੋਣਾ। ਹੁਣ ਇਸੇ ਤਰੀਕੇ ਜੇ ਮੇਰੇ ਅੰਦਰ ਡਰ ਹੈ, ਮੈਂ ਕਹਿੰਦਾ ਮਾਸਕ ਵੇਅਰ ਕਰੋ, ਤਾਂ ਤੁਸੀਂ ਮਾਸਕ ਵੇਅਰ ਕਰ ਲੈਣਾ। ਤਾਂ ਆਪਾਂ ਆਪਣੇ ਆਲੇ ਦੁਆਲੇ ਦੇਖ ਕੇ, ਨੇੜਲੇ ਵਿਅਕਤੀਆਂ ਨੂੰ ਦੇਖ ਕੇ ਸਿੱਖਦੇ ਰਹਿੰਦੇ ਹਾਂ। ਇਹ ਸਬਕੌਂਸ਼ੀਅਸ ਮਾਈਂਡ, ਅਨਕੌਂਸ਼ੀਅਸ ਮਾਈਂਡ ਵਿੱਚ ਸਿੱਖਦੇ ਰਹਿੰਦੇ ਹਾਂ। ਸੋ ਇਹ ਨਿਯਮ ਲਾਗੂ ਸਾਰਿਆਂ 'ਤੇ ਹੋਣੇ ਚਾਹੀਦੇ ਆ। ਹੁਣ ਇਹ ਨਾ ਹੋਵੇ ਕਿਸੇ ਮੰਤਰੀ ਦਾ, ਕਿਸੇ ਐਮਐਲਏ ਦੇ ਘਰ ਬੱਚੇ ਦੀ ਬਰਥਡੇ ਪਾਰਟੀ ਹੈ ਤੇ ਉੱਥੇ 50 ਬੰਦੇ ਆ, ਫਿਰ ਉਹਨਾਂ ਦੇ ਭੰਗੜਿਆਂ ਦੀ ਵੀਡੀਓ ਵਾਇਰਲ ਹੋ ਜਾਂਦੀ ਆ, ਫਿਰ ਲੋਕਾਂ ਦੇ ਅੰਦਰ ਗੁੱਸਾ ਤਾਂ ਆਏਗਾ ਜੀ। ਬਿਲਕੁਲ, ਇਹ ਤਾਂ ਹੁਣ ਦੇਖ ਕੇ ਹੀ ਪਤਾ ਲੱਗੇਗਾ ਕਿ ਮੰਤਰੀ ਲੋਕ ਵੀ ਜਿਹੜੀਆਂ ਹਦਾਇਤਾਂ ਪਾਸ ਕੀਤੀਆਂ ਨੇ, ਸਤਿਕਾਰਯੋਗ ਮੰਤਰੀ ਸਾਹਿਬ, ਬਿਲਕੁਲ ਉਹਨਾਂ ਵੱਲੋਂ ਵੀ ਜਿਹੜੀਆਂ ਹਦਾਇਤਾਂ ਜਾਰੀ ਕਰਨਗੇ ਕਿ ਆਮ ਲੋਕਾਂ ਤੇ ਹੀ ਜਿਹੜੇ ਕਾਨੂੰਨ ਜਿਹੜੇ ਪਾਸ ਕਰਦੇ ਨੇ ਉਹਨਾਂ ਤੇ ਹੀ ਲਾਗੂ ਹੋਣਗੇ। ਆਪਾਂ ਪੁੱਛ ਲੈਂਦੇ ਬਾਪੂ ਜੀ ਤੋਂ, ਬਾਪੂ ਜੀ ਕੀ ਲੱਗਦਾ ਨਵੇਂ ਜਿਹੜੇ ਨਿਯਮ ਬਣੇ ਨੇ, ਸਖਤ ਨਿਯਮ ਬਣਾਤੇ ਕਰੋਨਾ ਤੇ, ਉੱਪਰ ਕਰ ਲਓ, ਉੱਪਰ ਫਿਰ ਵੀਡੀਓ ਕਿ ਵੇਲੇ ਪ੍ਰੋਬਲਮ ਆ ਜਾਂਦੀ, ਉੱਪਰ ਕਰ ਲਓ ਮਾਸਕ ਨੂੰ। ਇਹ ਸਖਤ ਰੂਲ ਤੁਹਾਡੇ ਮੇਰੇ ਵਰਗੇ ਗਰੀਬ ਗੁਰਬਿਆਂ ਤੇ ਹੋਊਗੇ ਕਿ ਮੰਤਰੀਆਂ ਦੇ ਵੀ ਰੂਲ ਲੱਗਣਗੇ? अरे महाराज ये तो गरीबी है, क्या किया जाए इसको। अरे गरीब लोग मरते हैं और जो है अमीर कोई नहीं मरता है। अमीर ठीक होके फिर से रैलियां करते हैं। हाँ, फिर से रैलियां करते हैं। जी जी जी, चलो बहुत शुक्रिया। ਅਸੀਂ ਇੱਕ ਵਾਰੀ ਫਿਰ ਤੋਂ ਵਾਪਸ ਚੱਲਦੇ ਹਾਂ ਵਿਜੇ। ਔਰ ਹਾਲੇ ਵੀ ਚੋਣ ਕਮਿਸ਼ਨ ਦੇ ਨੱਕ ਦੇ ਥੱਲੇ ਵੈਸਟ ਬੰਗਾਲ ਵਿੱਚ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ, ਮੀਟਿੰਗਾਂ ਹੋ ਰਹੀਆਂ ਨੇ ਵੋਟਾਂ ਨੂੰ ਲੈ ਕੇ, ਲੇਕਿਨ ਇੱਥੇ ਹਾਲੇ ਵੀ ਇਹ ਕਿਹਾ ਜਾਂਦਾ ਕਰੋਨਾ ਦਾ ਕਹਿਰ ਹੈ। ਕਿਉਂਕਿ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਨਾਲ ਵੀ ਮੇਰੀ ਗੱਲ ਹੁੰਦੀ ਆ, ਉਹ ਇਹੀ ਕਹਿੰਦੇ ਨੇ ਕਿ ਸ਼ਾਇਦ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਬੜੀ ਕਲੀਅਰ ਹੈ, ਬੜੀ ਸਪਸ਼ਟ ਹੈ, ਉਹ ਕਹਿੰਦੇ ਕਿ ਸ਼ਾਇਦ ਕਿਸਾਨੀ ਘੋਲ ਨੂੰ ਫੇਲ ਕਰਨਾ ਤਾਂ ਇਹ ਚੀਜ਼ ਕੀਤੀ ਜਾ ਰਹੀ ਹੈ। ਪਰ ਫਿਰ ਇੱਕ ਇੱਥੇ ਇਹ ਵੀ ਚੀਜ਼ ਸਾਨੂੰ ਦੱਸਣੀ ਬਹੁਤ ਜ਼ਰੂਰੀ ਹੈ, ਜਿਹੜੇ ਲੋਕ ਵਿਛੜ ਜਾਂਦੇ ਨੇ, ਕਿਉਂਕਿ ਮੋਹਾਲੀ ਵਿੱਚ ਕੱਲ 800 ਕੇਸ ਆਏ ਨੇ, ਕਰੀਬ 800 ਕੇਸ। ਤਾਂ ਫਿਰ ਜਦੋਂ ਕੇਸ ਆ ਜਾਂਦੇ ਨੇ, ਲੋਕ ਵਿਛੜ ਜਾਂਦੇ ਨੇ ਪਰਿਵਾਰ ਤੋਂ, ਫਿਰ ਉਹਨਾਂ ਦਾ ਦੁੱਖ ਵੀ ਹੈ। ਤਾਂ ਮੈਂ ਉਹੀ ਦੱਸਿਆ ਨਾ, ਕੰਟਰਾਸਟ ਬਹੁਤ ਹੈ, ਰਿਐਲਿਟੀ ਸਾਹਮਣੇ ਨਹੀਂ ਆ ਰਹੀ। ਇਹ ਇਸ ਕਰਕੇ ਲੋਕਾਂ ਅੰਦਰ ਕਿਤੇ ਘਬਰਾਹਟ ਹੈ, ਭਿੰਨਤਾ, ਸੋਚ ਵਿੱਚ ਭਿੰਨਤਾ। ਜੀ ਸ਼ਿਖਾ।
ਸੂਰੀ ਸਾਹਿਬ ਇੱਕ ਗੱਲ ਹੋਰ ਜਿਹੜੀ ਵੱਡੀ ਸਾਹਮਣੇ ਆ ਰਹੀ ਹੈ ਜਾਂ ਇੱਕ ਵਿਚਾਰ ਚੱਲ ਰਿਹਾ ਮਨ ਦੇ ਵਿੱਚ ਕਿ ਪੰਜਾਬ ਸਰਕਾਰ ਦੇ ਵੱਲੋਂ ਫ੍ਰੀ ਬੱਸਾਂ ਦਾ ਤਾਂ ਐਲਾਨ ਕਰ ਦਿੱਤਾ ਮਹਿਲਾਵਾਂ ਦੇ ਲਈ। ਜਦੋਂ ਭਰ ਕੇ ਬੱਸਾਂ ਜਾਂਦੀਆਂ ਨੇ ਮਹਿਲਾਵਾਂ ਦਾ ਘੱਟ ਹੁੰਦਾ ਸੀ, ਵੀਡੀਓ ਵੀ ਬਣਾਈ ਹੈ। ਇਹ ਚਰਚਾ ਬਿਲਕੁਲ ਜਾਇਜ਼ ਹੈ ਕਿਉਂਕਿ ਜਦੋਂ ਉਸ ਵਕਤ ਕਰੋਨਾ ਕਿੱਥੇ ਚੱਲ ਜਾਂਦਾ, ਜਦੋਂ ਭਰ ਕੇ ਰਸ਼, ਕਿਸੇ ਨੇ ਮਾਸਕ ਲਾਇਆ ਹੁੰਦਾ, ਕਿਸੇ ਨੇ ਨਹੀਂ ਵੀ ਲਾਇਆ ਹੁੰਦਾ, ਕਿਉਂਕਿ ਇਹ ਜਿਹੜਾ ਰਸ਼ ਆ ਵੈਸੇ ਤਾਂ ਹਦਾਇਤਾਂ ਦਿੰਦੇ ਨੇ ਕਿ ਇਕੱਠ ਨਹੀਂ ਹੋਣਾ ਚਾਹੀਦਾ, ਪਰ ਬੱਸਾਂ ਦੇ ਵਿੱਚ ਬਹੁਤ ਭੀੜ ਹੁੰਦੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਹੈ। ਤੁਸੀਂ ਕੀ ਕਹੋਗੇ? ਦੇਖੋ ਸ਼ਿਖਾ, ਉਹ ਤੇ ਤਾਂ ਅਸੀਂ ਪਹਿਲੇ ਵੀਡੀਓ ਬਣਾ ਚੁੱਕੇ ਹਾਂ ਕਿ ਸਕੂਲ ਵਿੱਚ ਬੱਚੇ ਅਗਰ ਇੱਕ ਟੇਬਲ ਛੱਡ ਕੇ ਦੂਜੇ ਟੇਬਲ ਤੇ ਬੈਠਦਾ ਤਾਂ ਉਹਨੂੰ ਸਵਾਲ ਪੁੱਛਿਆ ਜਾਂਦਾ ਕਿ ਤੂੰ ਸਕੂਲ ਕਿਉਂ ਆਇਆ। ਠੇਕੇ ਤੇ ਤੁਸੀਂ ਜਾ ਕੇ ਦੇਖੋ, ਬੰਦੇ ਤੁਹਾਨੂੰ ਪਤਾ ਕਿ ਇੱਕ ਦੂਜੇ ਨਾਲ ਗੱਲ ਵੀ ਕਰਨੀ, ਫਿਰ ਪੈਗ ਸ਼ੇਅਰ ਵੀ ਕਰਦੇ ਨੇ, ਉੱਥੇ ਕੋਈ ਕਰੋਨਾ ਨਹੀਂ। ਕਿ ਇਹਦਾ ਇਸ ਕਰਕੇ ਲੋਕ ਜਿਹੜੇ ਮਨ 'ਚ ਸਵਾਲ ਫਿਰ ਆਪ ਹੀ ਸਿਰ ਖੁਰਕਣ ਤਾਂ ਲੱਗਦੇ ਆ ਨਾ, ਅੱਖਾਂ 'ਚ ਸਵਾਲ ਤਾਂ ਉੱਠਦੇ ਆ ਨਾ ਕਿ ਇਹ ਰੀਜ਼ਨ ਕੀ ਹੈ। ਜੇ ਹੁਣ ਅੱਖ ਦੇਖਦੀ ਹੈ ਤਾਂ ਅੱਖ ਅਬਜ਼ਰਵ ਵੀ ਕਰਦੀ ਹੈ। ਹੁਣ ਅਸੀਂ ਤੁਰੇ ਜਾਂਦੇ ਹਾਂ, ਆਪਾਂ ਦੇਖਦੇ ਹਾਂ ਇੱਥੇ 50% ਕਈਆਂ ਨੇ ਮਾਸਕ ਪਾਇਆ, ਕਈਆਂ ਨੇ ਨਹੀਂ ਪਾਇਆ, ਤਾਂ ਮਨ 'ਚ ਸਬਕੌਂਸ਼ੀਅਸਲੀ ਇਹ ਸਵਾਲ ਆਉਣਾ ਹੀ ਹੈ ਕਿ ਯਾਰ ਇਹਨੇ ਤਾਂ ਪਾਇਆ ਨਹੀਂ, ਮੈਂ ਐਵੇਂ ਔਖੇ ਸਾਹ ਕੀਤੇ ਨੇ ਆਪਣੇ। ਹੁਣ ਮੈਂ ਤੇ ਤੁਸੀਂ ਕਮਿਊਨੀਕੇਟ ਕਰ ਰਹੇ ਹੋ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਮਾਸਕ ਵੇਅਰ ਕੀਤਾ ਤਾਂ ਬੋਲਣਾ ਬੜਾ ਡਿਫਿਕਲਟ ਹੈ, ਸ਼ਬਦ ਕਈ ਵੇਲੇ ਅੜਕ ਜਾਂਦੇ ਨੇ। ਤਾਂ ਇਹ ਰੀਜ਼ਨ ਹੈ ਕਿ ਬੰਦਾ ਸਬਕੌਂਸ਼ੀਅਸਲੀ ਦੇਖਦਾ ਰਹਿੰਦਾ ਹੈ, ਉਹਨੂੰ ਪਤਾ ਹੁੰਦਾ ਕਿ ਯਾਰ ਕਿਸੇ ਹੋਰ ਨੇ ਮਾਸਕ ਨਹੀਂ ਪਾਇਆ, ਮੈਂ ਪਾਇਆ, ਮੈਂ ਅਜੀਬ ਤਾਂ ਨਹੀਂ ਲੱਗ ਰਿਹਾ, ਜਾਂ ਮੈਂ ਸਾਰੇ ਨੇ ਪਾਇਆ, ਮੈਂ ਇਕੱਲੇ ਨੇ ਨਹੀਂ ਪਾਇਆ, ਹੋ ਕੀ ਰਿਹਾ, ਇਹ ਸਿਚੁਏਸ਼ਨ ਨਹੀਂ ਕਲੀਅਰ ਹੋ ਰਹੀ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਜਿਹੜੀ ਜ਼ਰੂਰ ਦੱਸਣੀ ਚਾਹੁੰਦਾ, ਜਿਹੜੇ ਤੁਸੀਂ ਸਵਾਲ ਕੀਤਾ ਬੱਸਾਂ ਦਾ, ਕਿ ਇਹ ਬੜੀ ਹੈਰਾਨੀ ਵਾਲੀ ਗੱਲ ਸੀਗੀ। ਆਪਾਂ ਵੀ ਕਈ ਵਾਰ ਗਏ ਹਾਂ, ਤੁਸੀਂ ਵੀ ਸਵੇਰੇ ਵੀਡੀਓ ਬਣਾਈ ਹੈ ਕਿ ਬੱਸਾਂ ਅਗਰ 52 ਬੰਦੇ ਦੀ ਸੀਟ ਹੈ ਤਾਂ ਬੱਸਾਂ ਵਿੱਚ ਜਿਹੜੇ ਸੈਂਟਰ ਸਪੇਸ ਹੈ ਉੱਥੇ ਵੀ ਲੋਕ ਖੜੇ ਨੇ, ਫਿਰ ਕਰੋਨਾ ਤਾਂ ਉੱਥੇ ਵੀ ਫੈਲ ਸਕਦਾ। ਅਗਰ ਸਰਕਾਰ ਨੇ ਚੰਗਾ ਕੰਮ ਕਰ ਦਿੱਤਾ, ਫ੍ਰੀ ਕਰ ਦਿੱਤਾ, ਤਾਂ ਇੱਥੇ ਕੀ ਕਰੋਨਾ ਨਹੀਂ ਹੈਗਾ, ਕੀ ਕਰੋਨਾ ਪੁੱਛ ਕੇ ਆਏਗਾ। ਤਾਂ ਇਹ ਚੀਜ਼ਾਂ ਹਰ ਜਗ੍ਹਾ ਹੀ ਲਾਗੂ ਹੋਣੀਆਂ ਚਾਹੀਦੀਆਂ ਨਾ ਜੀ। ਬਿਲਕੁਲ, ਹੁਣ ਜਿਹੜੀਆਂ ਹਦਾਇਤਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਤਾਂ ਇਹ ਹੁਣ ਵਕਤ ਹੀ ਦੱਸੇਗਾ ਕਿ ਉਹਨਾਂ ਵੱਲੋਂ ਵੀ ਪਾਲਣਾ ਕੀਤੀ ਜਾ ਰਹੀ ਹੈ ਕਿ ਸਿਰਫ ਲੋਕਾਂ ਦੇ ਉੱਤੇ ਹੀ ਇਹਦਾ ਜਿਹੜਾ ਜ਼ੋਰ ਚੱਲੇਗਾ। ਕਿਉਂਕਿ ਤੁਹਾਨੂੰ ਪਤਾ, ਦੇਖੋ ਪਿਛਲੇ ਸਮੇਂ ਵਿੱਚ ਕਈ ਮੰਤਰੀਆਂ ਦੀਆਂ ਵੀਡੀਓਜ਼ ਬਾਹਰ ਆਈਆਂ ਨੇ ਕਿ ਉਹਨਾਂ ਦੇ ਘਰ ਪਾਰਟੀ ਸੀ, ਸੀਐਮ ਸਾਹਿਬ ਦੇ ਵੀ ਘਰ ਦੀ ਜਿਹੜੀ ਵੀਡੀਓ ਵੀ ਕਈ ਬੜੀ ਵਾਇਰਲ ਹੋਈ ਹੈ, ਲੋਕਾਂ ਨੇ ਉੱਤੇ ਬੜੇ ਕਿੰਤੂ ਪਰੰਤੂ ਕੀਤਾ। ਤਾਂ ਸਵਾਲ ਫਿਰ ਤੋਂ ਮੁੜ ਘਿੜ ਕੇ ਉਹੀ ਆਣਾ ਸ਼ੀਖਾ, ਆਮ ਵਿਅਕਤੀਆਂ ਦੇ ਨਿਯਮ ਲਾਗੂ ਹੁੰਦੇ ਨੇ ਕਿ ਸਾਰਿਆਂ ਦੇ ਸਤਿਕਾਰਯੋਗਾਂ ਤੇ ਵੀ ਨਿਯਮ ਲਾਗੂ ਹੁੰਦੇ ਨੇ। ਮੈਂ ਕਹਿੰਦਾ ਵੀਡੀਓ ਨੂੰ ਰੈਪ ਅਪ ਕਰਨੇ ਉਸ ਤੋਂ ਪਹਿਲਾਂ ਕਮੈਂਟਸ ਲੈ ਲਈਏ, ਜੇ ਥੋੜੇ ਕਮੈਂਟਸ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ, ਮੈਂ ਦੇਖ ਲੈਣਾ ਜੀ। ਜੀ ਵੀਰੇ ਕਮੈਂਟਸ ਥੋੜੇ ਜ਼ਰੂਰ ਸਾਡੇ ਤੱਕ ਸ਼ੇਅਰ ਕਰ ਦਿਓ ਜੀ, ਬੋਲ ਦਿਓ ਵੀਰੇ। ਹਾਂ ਦੇਖਿਆ ਕਮੈਂਟ ਮੈਂ ਕਿਹਾ ਕਿ ਸ਼ੇਅਰ ਕਰ ਦਿਓ, ਥੱਲੇ ਕਿਸ ਨੇ ਕਮੈਂਟ ਕੀਤਾ, ਸ਼ੀਖਾ ਤੁਸੀਂ ਪੜ੍ਹੋ, ਆਓ ਮੈਂ ਤੁਹਾਨੂੰ ਇੱਕ ਚਾਂਸ ਦੇਵਾਂ, ਤੁਸੀਂ ਪੜ੍ਹੋ ਸ਼ੀਖਾ, ਕਮੈਂਟਸ ਪੜ੍ਹੋ ਨਾਮ ਲੈ ਕੇ ਜੀ। ਸ਼ੀਖਾ ਜਲਦੀ ਇੱਦਾਂ ਬ੍ਰੇਕ ਨਹੀਂ ਲੈਣੀ ਆਪਾਂ ਜੀ, ਮੈਂ ਥੋੜਾ ਕੋਸ਼ਿਸ਼ ਕਰਦਾ। ਦੇਖੋ ਕਸ਼ਮੀਰੀ ਕਹਿੰਦ ਕਹਿ ਰਹੇ ਨੇ ਕਿ ਕਮੈਂਟ ਜ਼ਰੂਰ ਲਓ, ਪਰ ਭਾਜੀ ਵੀਕਐਂਡ ਲੋਕਡਾਊਨ ਨਾਲ ਕੀ ਕਰੋਨਾ ਭੱਜ ਜਾਏਗਾ, ਬਾਕੀ ਡੇਜ਼ ਕਰੋਨਾ ਕਿੱਥੇ ਹੋਏਗਾ। ਇਹਨਾਂ ਕਿਹਨਾਂ ਨੇ ਕਮੈਂਟ ਕੀਤਾ, ਹੈਪੀ ਸਿੰਘ ਉਹੀ ਚੀਜ਼ ਦੇਖੋ ਨਾ, ਰਾਈਟ ਨਾਓ ਅਸੀਂ ਕੋਠੀ ਰੋਡ ਤੇ ਹਾਂ। 10 ਸਾਲ ਪਹਿਲਾਂ ਜਿੰਨੀ ਹਸਲ ਵਸਲ ਹੁੰਦੀ ਸੀ, ਚਹਿਲ ਪਹਿਲ ਹੁੰਦੀ ਸੀ, ਉਨੀ ਨਹੀਂ ਹੈ। ਆਮ ਉਮਰ ਉਹਨੇ ਇੱਥੇ ਰਹਿ ਗਈ ਕਿਉਂਕਿ ਯੂਥ ਤਾਂ ਸਾਰਾ ਚਲਾ ਗਿਆ ਵਿਦੇਸ਼ਾਂ ਵਿੱਚ, ਮਗਰ ਉਹਨਾਂ ਦੇ ਮਾਪਿਓ ਚਲੇ ਗਏ, ਭੈਣ ਭਰਾ ਚਲੇ ਗਏ, ਤਾਂ ਇੰਨੇ ਕੀ ਲੋਕ ਨੇ ਸਾਡੇ ਪੰਜਾਬ 'ਚ ਹੁਣ ਖਾਸ ਕਰਕੇ ਦੁਆਬੇ ਵਿੱਚ, ਤੇ ਉਨੇ ਕੁ ਹੈਗੇ ਨੇ। ਜੇ ਸੋਮਵਾਰ ਤੋਂ ਸ਼ਨੀਵਾਰ ਅਸੀਂ ਇੱਥੇ ਹੀ ਘੁੰਮਣਾ ਹੈ, ਐਤਵਾਰ ਨੂੰ ਨਹੀਂ ਵੀ ਘੁੰਮੇ ਤਾਂ ਫਿਰ ਕਰੋਨਾ ਕਿਵੇਂ ਜਾਏਗਾ। ਰੀਜ਼ਨ ਇਹੀ ਹੈ ਕਿ ਜਿਹੜੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ, 65 ਕਰੋੜ ਜਿਹੜੀਆਂ ਆਪਾਂ ਡੋਜ਼ਸ ਵਿਦੇਸ਼ਾਂ ਵਿੱਚ ਭੇਜ ਦਿੱਤੀਆਂ, ਅਗਰ ਮੋਦੀ ਸਾਹਿਬ ਉਹ ਇੱਥੇ ਸਾਰੇ ਦੇ ਲਗਾ ਦਿੰਦੇ, ਜਦ ਪ੍ਰੀਕਾਸ਼ਨਸ ਉਦੋਂ ਪਿਛਲੇ ਸਾਲ ਮਾਰਚ ਮਹੀਨੇ ਲਈਆਂ ਹੁੰਦੀਆਂ, ਜਦੋਂ ਕਹਿੰਦੇ ਸੀ ਥਾਲੀ ਖੜਕਾਓ ਕਰੋਨਾ ਚਲੇ ਜਾਏਗਾ, ਭਾਂਡੇ ਖੜਕਾਓ ਕਰੋਨਾ ਚਲੇ ਜਾਏਗਾ, ਘੰਟੀਆਂ ਖੜਕਾਓ ਕਰੋਨਾ ਚਲੇ ਜਾਏਗਾ, ਮੋਬਾਈਲ ਦੀ ਲਾਈਟ ਜਗਾ ਦਿਓ ਕਰੋਨਾ ਚਲੇ ਜਾਏਗਾ, ਉਹਨਾਂ ਨਾਲ ਕਰੋਨਾ ਨਹੀਂ ਜਾਣਾ। ਇਹ ਟੈਕਨੀਕਲ ਵੇ ਨਾਲ ਹੀ ਜਾਣਾ, ਇਹਨੂੰ ਸਮਝਣਾ ਪੈਣਾ। ਔਰ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ, ਜਿਵੇਂ ਆਪਾਂ ਹੁਣ ਕੈਨੇਡਾ ਜਾਂਦੇ ਹਾਂ, ਉੱਥੇ 3 ਦਿਨ ਤੁਹਾਨੂੰ ਕੁਆਰੰਟੀਨ ਕੀਤਾ ਜਾਂਦਾ, ਰਿਪੋਰਟ ਜਦ ਤੱਕ ਨਹੀਂ ਆਉਂਦੀ। ਤਾਂ ਇਸੇ ਤਰੀਕੇ ਜਦੋਂ ਕੋਈ ਵਿਦੇਸ਼ਾਂ ਤੋਂ ਆਉਂਦਾ, ਉਹਨਾਂ ਨੂੰ ਪ੍ਰੋਪਰ ਕੁਆਰੰਟੀਨ ਕੀਤਾ ਜਾਵੇ, ਕੋਈ ਅਲੱਗ ਡਿਸਟ੍ਰਿਕਟ 'ਚ ਜਾਂਦਾ ਉਹਨੂੰ ਕੁਆਰੰਟੀਨ ਚੈੱਕਆਊਟ ਕੀਤਾ ਜਾਵੇ, ਬਾਰਡਰਸ ਬਣ ਜਾਣ, ਬੈਰੀਕੇਟਿੰਗ ਹੋ ਜਾਵੇ। ਤਾਂ ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ। ਕਰੋਨਾ ਨੇ ਇੱਦਾਂ ਨਹੀਂ ਜਾਣਾ ਕਿ ਝਾੜੂ ਮਾਰ ਕੇ ਉਹਨੂੰ ਯੂਨੀਵਰਸ 'ਚੋਂ ਬਾਹਰ ਕੱਢ ਦਿੱਤਾ। ਇਹਦੇ ਲਈ ਪ੍ਰੀਕਾਸ਼ਨਸ ਸਾਵਧਾਨੀਆਂ ਲੈਣੀਆਂ ਪੈਣੀਆਂ, ਕਿਉਂਕਿ ਵਾਇਰਸ ਹੈ। ਹੁਣ ਇਸ ਵਾਇਰਸ ਨਾਲ ਨਜਿੱਠਣਾ ਤਾਂ ਪੈਣਾ, ਕਿਉਂਕਿ ਯੂਨੀਵਰਸ ਵਿੱਚ ਆ ਗਿਆ, ਜਿਵੇਂ ਪੋਲੀਓ ਹੈ ਜਾਂ ਹੋਰ ਕੀ ਟਰਬਲਸ ਨੇ। ਤਾਂ ਇਹ ਵਾਇਰਸ ਹੈ, ਵਾਇਰਸ ਨਾਲ ਨਜਿੱਠਣਾ ਪੈਣਾ। ਲੇਕਿਨ ਸਰਕਾਰ ਨੂੰ ਰੈਲੀਆਂ ਤੋਂ ਹਟ ਕੇ ਇੱਥੇ ਸਖਤ ਕਾਰਵਾਈ ਕਰਨੀ ਪੈਣੀ ਹੈ। ਚੋਣ ਨਿਗਮ ਦੇ ਨੱਕ ਦੇ ਹੇਠਾਂ ਵੈਸਟ ਬੰਗਾਲ ਵਿੱਚ ਰੈਲੀਆਂ ਹੋ ਰਹੀਆਂ ਨੇ। ਸਿਰਫ ਮੋਦੀ ਸਾਹਿਬ ਦੀ ਪਾਰਟੀ ਨਹੀਂ, TMC ਦੀ ਪਾਰਟੀ ਵੀ ਮੈਂ ਉਹਨਾਂ ਦੀ ਗਲਤੀ ਮੰਨਦਾ, ਪਰ ਚੋਣ ਜਿਹੜਾ ਕ੍ਰਿਸ਼ਨ ਹੈ ਉਹ ਤਾਂ ਸਾਰਿਆਂ ਦਾ ਸਾਂਝਾ ਹੈ ਨਾ ਜੀ। ਜੀ ਸ਼ਿਖਾ ਕੁਛ ਜ਼ਰੂਰ ਤੁਸੀਂ
ਰੈਪ ਅਪ ਕਰੋ। ਸੋ ਬਿਲਕੁਲ ਹੁਣ ਹਦਾਇਤਾਂ ਜਿਹੜੀ ਜਾਰੀ ਕੀਤੀਆਂ ਗਈਆਂ ਨੇ 20 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਜਿਹੜੇ ਜਿਮ ਨੇ ਔਰ ਕੋਚਿੰਗ ਸੈਂਟਰ ਨੇ ਬਾਰ ਨੇ ਸਾਰਾ ਬੰਦ ਰਹੇਗਾ। ਐਤਵਾਰ ਨੂੰ ਮੁਕੰਮਲ ਜਿਹੜਾ ਲੋਕਡਾਊਨ ਰਹੇਗਾ। ਇਹ ਜਿਹੜੀਆਂ ਹਦਾਇਤਾਂ ਨੇ ਇਹ ਸਖਤ ਜਿਹੜੀਆਂ ਨੇ ਪਾਸ ਕੀਤੀਆਂ ਨੇ। ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਹਨਾਂ ਦਾ ਪੂਰਨ ਤੌਰ ਤੇ ਇਹਨਾਂ ਦਾ ਜਿਹੜੀ ਲਾਗੂ ਕੀਤੀ ਜਾਣਗੀ। ਜਿਹੜੇ ਮੰਤਰੀ ਆ ਉਹਨਾਂ ਤੇ ਵੀ ਲਾਗੂ ਕੀਤਾ ਜਾਵੇਗਾ। ਮੇਰੇ ਇੱਕ ਨੋਨ ਨੇ ਰਾਜਪ੍ਰੀਤ ਸੋਤੋ ਮੈਸੇਜ ਕਰਨ ਕਹਿੰਦੇ ਇਹ ਜਿਹੜੇ ਨਿਯਮ ਨਹੀਂ ਇਹ ਧੱਕੇਸ਼ਾਹੀ ਹੈ। ਦੇਖੋ ਜਿਹਦੇ ਹੱਥੋਂ ਰੋਟੀ ਖਾਣੀ ਉਹਨੂੰ ਤਾਂ ਧੱਕੇਸ਼ਾਹੀ ਲੱਗਣੀ ਹੈ। ਮੇਰੇ ਖਿਆਲ ਫਾਰਮਰ ਨੇ ਵੈਸੇ ਆਈਲੈਟਸ ਕੋਚਿੰਗ ਸੈਂਟਰ ਵੀ ਚਲਾਉਂਦੇ ਨੇ। ਹੁਣ ਮੈਂ ਜਿਵੇਂ ਪਹਿਲਾਂ ਵੀਡੀਓ ਦਿਖਾਈ ਕਿਸੇ ਜਿਹੜੇ ਜੱਟ ਨੇ 6 ਮਹੀਨੇ ਮਿਹਨਤ ਕੀਤੀ ਮੁੜ ਕੇ ਸਵਾਹ ਹੱਥ ਆ ਗਈ ਜਾਂ ਐਨ ਹੱਥ ਆ ਗਈ ਪਾਣੀ ਪੈ ਕੇ ਕਣਕ ਸਿੱਲੀ ਹੋ ਗਈ ਉਹਨੇ ਤਾਂ ਫਿਰ ਇਹਨੂੰ ਧੱਕੇਸ਼ਾਹੀ ਮੰਨਣੀ ਨਾ ਕਿਉਂਕਿ ਮਿਲ ਕੁਛ ਨਹੀਂ ਰਿਹਾ। ਹੁਣ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਇੱਥੇ ਜਦੋਂ ਜਿਵੇਂ ਭਗਤ ਸਿੰਘ ਜੀ ਦੇ 23 ਮਾਰਚ ਨੂੰ ਉੱਥੇ ਅਕਾਲੀਆਂ ਦਾ ਵੀ ਜਿਹੜਾ ਸਟੇਜ ਲੱਗਦੀ ਹੈ ਕਾਂਗਰਸ ਦੀ ਵੀ ਲੱਗਦੀ ਹੈ ਹੁਣ ਆਮ ਆਦਮੀ ਪਾਰਟੀ ਦੀ ਵੀ ਲੱਗਦੀ ਹੈ ਬੀਜੇਪੀ ਦੀ ਵੀ ਲੱਗਿਆ ਕਰੇਗੀ। ਲੇਕਿਨ ਜਦੋਂ ਮੌਸਮ ਵਿਭਾਗ ਨੇ ਕਹਿਤਾ ਕਿ 16-17 ਨੂੰ ਮੀਂਹ ਆ ਔਰ ਕਿਸਾਨ ਨੂੰ ਸਾਰੇ ਕਹਿੰਦੇ ਅਸੀਂ ਤੁਹਾਡੇ ਹਮਾਇਤੀ ਆ ਤੁਹਾਡੇ ਹਤੈਸ਼ੀ ਆ ਅਸੀਂ ਤੁਹਾਨੂੰ ਪਿਆਰ ਕਰਦੇ ਆ ਫਿਰ 16-17 ਨੂੰ ਮੰਡੀਆਂ ਵਿੱਚ ਵੀ ਆਪਣੇ ਟੈਂਟ ਲਵਾ ਦਿੰਦੇ ਉੱਥੇ ਵੀ ਤਰਪਾਲ ਵਿਛਾ ਦਿੰਦੇ। ਉਦੋਂ ਕਿਸੇ ਨੇ ਕੇਅਰ ਨਹੀਂ ਕਰਨੀ। ਜਿਹੜੇ ਕਿਸਾਨ ਦੇ 80 ਕਿੱਲੇ ਸੜ ਕੇ ਸੁਆਹ ਹੋ ਗਏ ਵੱਖ-ਵੱਖ ਕਿਸਾਨਾਂ ਦੇ ਵੱਲੋਂ ਇੱਕੋ ਟੱਕ 'ਚ ਕਈਆਂ ਦੇ 3 ਹੋ ਗਏ 5 ਹੋ ਗਏ ਉਸ ਕਿਸਾਨ ਤੱਕ ਤਾਂ ਕਿਸੇ ਨੇ ਪਹੁੰਚ ਨਹੀਂ ਕੀਤੀ। ਹੁਣ ਤਾਂ ਕਿਸੇ ਨੇ ਕਿਹਾ ਤੈਨੂੰ ਮੁਆਵਜ਼ਾ ਦਵਾ ਦਿੰਦੇ ਆ ਮੇਰੀ ਇੰਨੀ ਸੈਲਰੀ ਆਂਦੀ ਲੈ ਫੜ ਮੈਂ ਸੈਲਰੀ ਤੈਨੂੰ ਦਿੱਤੀ। ਪਰ ਸਿਰਫ ਇਹ ਟੁੱਕਬੰਦੀ ਹੁੰਦੀ ਹੈ ਇਹ ਗੱਲਾਂ ਹੁੰਦੀਆਂ ਗੱਲਾਂ ਨੂੰ ਤੋਲ ਮੋਲ ਕੇ ਕੀਤਾ ਜਾਂਦਾ। ਅਸਲੀਅਤ ਵਿੱਚ ਕਿਸਾਨਾਂ ਨਾਲ ਆ ਕੇ ਕੌਣ ਖੜਦਾ ਇਹ ਹਾਲੇ ਤੱਕ ਨਹੀਂ ਦੇਖਿਆ। ਸ਼ਾਇਦ ਆਉਣ ਵਾਲੇ ਸਮਝ ਕੇ ਖੜ ਜਾਵੇ। ਜੀ ਬਿਲਕੁਲ ਸਰਕਾਰ ਵੱਲੋਂ ਬਸ ਇਹੀ ਕਿਹਾ ਜਾ ਰਿਹਾ ਹੈ ਕਿ ਧਰਨਾ ਚੱਕ ਦੋ ਕਿਉਂਕਿ ਕਰੋਨਾ ਵੱਧ ਰਿਹਾ ਹੈ। ਬਸ ਸਰਕਾਰ ਇੱਕੋ ਹੀ ਗੱਲ ਹੈ ਆਪਰੇਸ਼ਨ ਕਲੀਨ ਕਰ ਦੋ ਕਿਉਂਕਿ ਕਰੋਨਾ ਬਹੁਤ ਵੱਧ ਗਿਆ ਹੈ। ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਸਿਰਫ ਕਿਸਾਨਾਂ ਕਰਕੇ ਹੀ ਕਰੋਨਾ ਜ਼ਿਆਦਾ ਵੱਧ ਰਿਹਾ ਕੋਈ ਹੋਰ ਕਾਰਨ ਨਹੀਂ ਹੋ ਸਕਦਾ। ਰੈਲੀਆਂ ਕਾਰਨ ਨਹੀਂ ਹੈ। ਦੇਖੋ ਇੱਕ ਤਾਂ ਫੋਟੋ ਵੀ ਆਈ ਸੀ ਮੈਂ ਪਹਿਲਾਂ ਵੀ ਸ਼ੇਅਰ ਕੀਤੀ ਸੀ ਉਹ ਕਹਿੰਦੇ ਐਡਾ ਕੁ ਬੱਚਾ ਸੀ ਆ ਬੱਚੇ ਵੱਲ ਕੈਮਰਾ ਮਾਰ ਦੋ। ਇਹ ਵੈਸਟ ਬੰਗਾਲ ਦੀ ਰੈਲੀ 'ਚ ਸੀਗਾ ਤੇ ਉੱਥੇ ਮੈਂ ਮਤਲਬ ਉੱਥੇ ਕੋਈ ਲੀਡਰ ਸੀਗੇ ਉਹ ਕਹਿੰਦੇ ਬੱਚੇ ਬਚ ਗਏ ਜੇ ਤੂੰ ਸਕੂਲ ਜਾਂਦਾ ਕਰੋਨਾ ਹੋ ਜਾਣਾ ਸੀ ਹੁਣ ਤੂੰ ਰੈਲੀ 'ਚ ਆ ਗਿਆ ਤੇਰਾ ਬਚਾਅ ਹੈ। ਤਾਂ ਇਹ ਇੱਦਾਂ ਦੇ ਵਿਅੰਗ ਵੀ ਹੁੰਦੇ ਰਹਿੰਦੇ ਨੇ। ਤਾਂ ਇਹ ਤੋਂ ਵੀ ਸਰਕਾਰਾਂ ਨਹੀਂ ਸਿੱਖਦੀਆਂ। ਸਰਕਾਰਾਂ ਦੇ ਮਨ 'ਚ ਸ਼ਾਇਦ ਇਹੀ ਹੈ ਕਿ ਹਰ ਥਾਂ ਅਸੀਂ ਆਪਣੇ ਝੰਡੇ ਗੱਡਣੇ ਨੇ ਹਰ ਜਗ੍ਹਾ ਕਿਲੇ ਫਤਿਹ ਕਰਨਾ ਪਰ ਕਿਲਾ ਫਤਿਹ ਕਰਨ ਦੀ ਜਗ੍ਹਾ ਲੋਕਾਂ ਦੇ ਦਿਲ ਜਿੱਤਣੇ ਬਹੁਤ ਜ਼ਰੂਰੀ ਨੇ। ਜੀ ਸ਼ਿਕਾ। ਸੋ ਹੁਣ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਇਹਨਾਂ ਤੇ ਕੋਈ ਕੰਮ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਲੋਕ ਪੱਖੀ ਕੰਮ ਹੁੰਦਾ ਕਿ ਨਹੀਂ ਹੁੰਦਾ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ। ਵੀਡੀਓ ਨੂੰ ਰੈਪ ਅਪ ਕਰਨ ਤੋਂ ਪਹਿਲਾਂ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਫਿਰ ਤੋਂ 10 ਬੰਦੇ ਵੀ ਚੱਲਦੇ ਗੱਲ ਕਰ ਲੈਂਦੇ ਆ। 10 ਵਿਅਕਤੀ ਹੀ ਮਨਜ਼ੂਰੀ ਲੈ ਕੇ ਪ੍ਰਵਾਨਗੀ ਲੈ ਕੇ ਫਿਰ ਮਨਜ਼ੂਰੀ ਲੈ ਕੇ ਵਿਆਹ ਅਟੈਂਡ ਕਰ ਸਕਣਗੇ। 20 ਵਿਅਕਤੀਆਂ ਤੇ ਵੀ ਛੋਟ ਜਿਹੜੀ ਆ ਉੱਤੇ ਵੀ ਪਾਬੰਦੀ ਲੱਗ ਗਈ ਹੈ। 20 ਤੋਂ 30 ਤਰੀਕ ਤੱਕ ਵਿਆਹ ਸਮਾਗਮਾਂ ਤੇ ਪੂਰਨ ਤੌਰ ਤੇ ਪਾਬੰਦੀ ਹੈ। ਇਸ ਗੱਲ ਨੂੰ ਪਲੀਜ਼ ਧਿਆਨ ਨਾਲ ਸੁਣਨਾ। ਐਤਵਾਰ ਨੂੰ ਜਿਹੜਾ ਵਪਾਰ ਨਹੀਂ ਖੁੱਲ ਸਕਦਾ ਐਤਵਾਰ ਨੂੰ ਅਗਰ ਤੁਸੀਂ ਆਪਣੀਆਂ ਦੁਕਾਨਾਂ ਲਾਉਂਦੇ ਹੋ ਤਾਂ ਤੁਸੀਂ ਉਹ ਨਹੀਂ ਲਾ ਸਕਦੇ। ਪੰਜਾਬ ਭਰ ਵਿੱਚ ਐਤਵਾਰ ਨੂੰ ਰਹੇਗਾ ਲੋਕਡਾਊਨ। ਮੋਹਾਲੀ ਵਿੱਚ ਚੰਡੀਗੜ੍ਹ ਵਿੱਚ ਪੰਚਕੂਲੇ ਵਿੱਚ ਜਿਹੜਾ ਮੁਕੰਮਲ ਲੋਕਡਾਊਨ ਰਹੇਗਾ। 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਪਹਿਲਾਂ 9 ਵਜੇ ਤੱਕ ਸੀ 1 ਘੰਟੇ ਦਾ ਇਜ਼ਾਫਾ ਹੋ ਗਿਆ। ਜੀ ਸ਼ਿਖਾ ਕੋਈ ਹੋਰ ਤੁਸੀਂ ਅਪਡੇਟ ਸਾਂਝੀ ਕਰਨੀ ਹੋਵੇ। ਸੋ ਨਹੀਂ ਬਿਲਕੁਲ ਹੁਣ ਜਿਹੜੀਆਂ ਅਪਡੇਟ ਸੀ ਤੁਹਾਨੂੰ ਰੂਬਰੂ ਕਰਵਾ ਦਿੱਤਾ ਹੈ। ਜਿਹੜੀਆਂ ਨਵੀਆਂ ਹਦਾਇਤਾਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀਆਂ ਤੁਹਾਨੂੰ ਪੂਰੀ ਤੌਰ ਤੇ ਉਹਨਾਂ ਦੇ ਇੱਕ ਜਿਹੜਾ ਫੈਕਟ ਦੇ ਨਾਲ ਤੁਹਾਨੂੰ ਸਮਝਾ ਦਿੱਤਾ ਗਿਆ ਕਿ ਜੋ ਵੀ ਹਦਾਇਤਾਂ ਨੇ ਉਹ ਤੁਹਾਡੇ ਰੂਬਰੂ ਕਰਵਾ ਦਿੱਤੀਆਂ ਗਈਆਂ ਨੇ। ਸੋ ਨਵੀਂ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ PB 32 ਨਵਾਂ ਸ਼ਹਿਰ। ਜੀ ਬਹੁਤ ਸ਼ੁਕਰੀਆ।